प्यारे बच्चों सत श्री अकाल। मैं रपिंदरजीत कौर साइंस मिस्टर्स सरकारी हाई स्कूल साफूवाला ਜ਼ਿਲ੍ਹਾ ਮੋਗਾ ਤੋਂ। प्यारे बच्चों आओ ਅੱਜ ਅਸੀਂ ਜਮਾਤ 9ਵੀਂ ਦਾ ਪਾਠ 13 ਕਰਦੇ ਹਾਂ। ਅਸੀਂ ਬਿਮਾਰ ਕਿਉਂ ਹੁੰਦੇ ਹਾਂ। ਇਹ ਹੈ ਇਸ ਦਾ ਪਹਿਲਾ ਭਾਗ। ਅਸੀਂ ਸਾਰਿਆਂ ਨੇ ਸਿਹਤ ਸ਼ਬਦ ਬਾਰੇ ਸੁਣਿਆ ਹੈ ਤੇ ਇਸ ਸ਼ਬਦ ਦੀ ਵਰਤੋਂ ਵੀ ਅਕਸਰ ਹੀ ਕਰਦੇ ਹਾਂ। ਜਿਵੇਂ ਅਸੀਂ ਕਹਿੰਦੇ ਹਾਂ ਮੇਰੀ ਦਾਦੀ ਦੀ ਸਿਹਤ ਠੀਕ ਨਹੀਂ ਹੈ। ਸਾਡੇ ਅਧਿਆਪਕ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਇਹ ਸਿਹਤਮੰਦ ਧਾਰਨਾ ਨਹੀਂ ਹੈ। ਇਸ ਸਿਹਤ ਸ਼ਬਦ ਦਾ ਮਤਲਬ ਕੀ ਹੈ? ਜੇਕਰ ਅਸੀਂ ਇਸ ਵਿਸ਼ੇ 'ਤੇ ਵਿਚਾਰ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਇਸ ਦਾ ਭਾਵ ਤੰਦਰੁਸਤ ਰਹਿਣ ਤੋਂ ਹੈ। ਅਸੀਂ ਇਸ ਤੰਦਰੁਸਤੀ ਦਾ ਭਾਵ ਪ੍ਰਭਾਵੀ ਕਾਰਜ ਕਰ ਸਕਣ ਦੀ ਸਮਰੱਥਾ ਤੋਂ ਲੈ ਸਕਦੇ ਹਾਂ। ਸਾਡੀ ਦਾਦੀ ਲਈ ਬਾਜ਼ਾਰ ਜਾ ਸਕਣਾ, ਆਂਢ ਗੁਆਂਢ ਜਾ ਸਕਣਾ ਚੰਗੀ ਸਿਹਤ ਦੀ ਨਿਸ਼ਾਨੀ ਹੈ। ਜੇਕਰ ਉਹ ਇਹ ਸਭ ਕੁਝ ਕਰ ਲੈਣ ਦੇ ਯੋਗ ਨਹੀਂ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਜੇ ਤੁਹਾਡੀ ਰੁਚੀ ਪੜ੍ਹਨ ਵਿੱਚ ਹੈ, ਅਧਿਆਪਕ ਤੋਂ ਸਿੱਖਣ ਦੀ ਹੈ ਤਾਂ ਤੁਸੀਂ ਸਿਹਤਮੰਦ ਹੋ। ਜੇਕਰ ਰੁਚੀ ਨਹੀਂ ਹੈ ਤਾਂ ਤੁਸੀਂ ਸਿਹਤਮੰਦ ਨਹੀਂ ਹੋ। ਇਸ ਲਈ ਸਿਹਤ ਉਹ ਅਵਸਥਾ ਹੈ ਜਿਸ ਦੇ ਅਧੀਨ ਸਰੀਰਕ, ਮਾਨਸਿਕ ਅਤੇ ਸਮਾਜਿਕ ਕਾਰਜ ਪੂਰੀ ਸਮਰੱਥਾ ਨਾਲ ਉਚਿਤ ਤਰੀਕੇ ਨਾਲ ਕੀਤੇ ਜਾ ਸਕਣ। ਵਿਅਕਤੀਗਤ ਅਤੇ ਸਮੁਦਾਇਕ ਸਮੱਸਿਆਵਾਂ ਦੋਨੋਂ ਹੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ। ਚੰਗੀ ਸਿਹਤ ਲਈ ਭੋਜਨ ਦੀ ਲੋੜ ਹੁੰਦੀ ਹੈ ਅਤੇ ਇਸ ਭੋਜਨ ਨੂੰ ਸੰਤੁਲਿਤ ਮਾਤਰਾ ਵਿੱਚ ਲੈ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਚੰਗਾ ਕੰਮ ਕਰਨ ਲਈ ਚੰਗੀ ਵਿਅਕਤੀਗਤ ਸਿਹਤ ਲੋੜੀਂਦੀ ਹੈ। ਸਿਹਤਮੰਦ ਰਹਿਣ ਲਈ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ, ਤਣਾਅ ਮੁਕਤ ਹੋਣਾ ਚਾਹੀਦਾ ਹੈ, ਸਾਡਾ ਵਰਤੀਰਾ ਠੀਕ ਹੋਣਾ ਚਾਹੀਦਾ ਹੈ। ਜੇਕਰ ਸਾਡਾ ਵਰਤੀਰਾ ਠੀਕ ਨਹੀਂ ਹੈ, ਅਸੀਂ ਆਪਸ ਵਿੱਚ ਲੜਦੇ ਹਾਂ, ਮਤਲਬ ਅਸੀਂ ਖੁਸ਼ ਅਤੇ ਸਿਹਤਮੰਦ ਨਹੀਂ ਹਾਂ। ਇਸ ਲਈ ਨਿੱਜੀ ਸਿਹਤ ਲਈ ਸਮਾਜਿਕ ਬਰਾਬਰਤਾ ਅਤੇ ਆਪਸੀ ਸਾਂਝ ਵੀ ਜ਼ਰੂਰੀ ਹੈ। ਸਿਹਤ ਕਿਸੇ ਵਿਅਕਤੀ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਮਰੱਥਾ ਦੀ ਸਥਿਤੀ ਹੈ ਅਤੇ ਕੋਈ ਵੀ ਵਿਅਕਤੀ ਇਸ ਨੂੰ ਇਕੱਲੇ ਰੂਪ ਵਿੱਚ ਪ੍ਰਾਪਤ ਨਹੀਂ ਕਰ ਸਕਦਾ। ਸਾਡੇ ਜੀਵਾਂ ਦੀ ਸਿਹਤ ਉਹਨਾਂ ਦੇ ਆਲੇ ਦੁਆਲੇ ਅਤੇ ਵਾਤਾਵਰਨ ਉੱਤੇ ਨਿਰਭਰ ਕਰਦੀ ਹੈ। ਵਾਤਾਵਰਨ ਵਿੱਚ ਭੌਤਿਕ ਕਾਰਕ ਵੀ ਹੁੰਦੇ ਹਨ। ਉਦਾਹਰਨ ਵਜੋਂ ਚੱਕਰਵਾਤ ਸਮੇਂ ਸਾਡੀ ਸਿਹਤ ਅਨੇਕਾਂ ਤਰੀਕਿਆਂ ਨਾਲ ਪ੍ਰਭਾਵਿਤ ਹੁੰਦੀ ਹੈ। ਉਸ ਤੋਂ ਵੀ ਮਹੱਤਵਪੂਰਨ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ। ਇਸ ਲਈ ਸਮਾਜਿਕ ਵਾਤਾਵਰਨ ਨਿੱਜੀ ਸਿਹਤ ਲਈ ਵੱਧ ਮਹੱਤਵਪੂਰਨ ਹੈ। ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੀਆਂ ਥਾਵਾਂ 'ਤੇ ਸਾਡਾ ਭੌਤਿਕ ਵਾਤਾਵਰਨ ਵੀ ਸਮਾਜਿਕ ਵਾਤਾਵਰਨ ਦੁਆਰਾ ਨਿਰਧਾਰਿਤ ਹੁੰਦਾ ਹੈ। ਜੇਕਰ ਕੂੜਾ ਕਰਕਟ ਉਠਾਉਣ ਵਾਲੀ ਏਜੰਸੀ ਕਚਰੇ ਦਾ ਨਿਪਟਾਰਾ ਨਾ ਕਰੇ, ਜੇਕਰ ਨਾਲੀਆਂ ਸਾਫ਼ ਨਾ ਹੋਣ, ਜੇਕਰ ਜ਼ਿਆਦਾ ਮਾਤਰਾ ਵਿੱਚ ਕੂੜਾ ਕਰਕਟ ਗਲੀਆਂ ਵਿੱਚ ਸੁੱਟਿਆ ਜਾਵੇ, ਗਲੀਆਂ ਅਤੇ ਖੁੱਲ੍ਹੀਆਂ ਥਾਵਾਂ ਉੱਤੇ ਪਾਣੀ ਖੜ੍ਹਾ ਰਹੇ ਤਾਂ ਇਸ ਨਾਲ ਸਿਹਤ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਸਮੁਦਾਇਕ ਸਿਹਤ ਨਿੱਜੀ ਸਿਹਤ ਲਈ ਮਹੱਤਵਪੂਰਨ ਹੈ। ਸਫਾਈ ਅਤੇ ਸਰੀਰ ਰੱਖਿਆ ਰਾਹੀਂ ਬਿਮਾਰੀ ਦੇ ਸੰਚਾਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪਾਣੀ ਦੇ ਸੋਮਿਆਂ ਨੂੰ ਸੁਰੱਖਿਅਤ ਕਰਕੇ ਅਸੀਂ ਇਸ ਨੂੰ ਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ। ਇਹ ਸਾਡੀ ਹਾਈਜੀਨ ਭਾਵ ਸਫਾਈ ਦੇ ਲਈ ਜ਼ਰੂਰੀ ਹੈ। ਟਰੀਟ ਐਂਡ ਸਟੋਰ ਵਾਟਰ ਸੇਫਲੀ ਭਾਵ ਕਿ ਜਿਹੜਾ ਅਸੀਂ ਪੀਣ ਵਾਲਾ ਪਾਣੀ ਹੈ ਉਸ ਨੂੰ ਰੋਗਾਣੂ ਮੁਕਤ ਕਰਕੇ ਰੱਖੀਏ ਅਤੇ ਕਿਸੇ ਚੰਗੀ ਜਗ੍ਹਾ ਦੇ ਵਿੱਚ ਸਟੋਰ ਕਰਕੇ ਰੱਖੀਏ। ਇਸੇ ਹੀ ਤਰ੍ਹਾਂ ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਧੋਣਾ ਚਾਹੀਦਾ ਹੈ। ਆਪਣੇ ਹੱਥਾਂ ਨੂੰ ਸਾਬਣ ਲਗਾ ਕੇ ਚੰਗੀ ਤਰ੍ਹਾਂ ਮਲਣਾ ਚਾਹੀਦਾ ਹੈ ਤਾਂ ਕਿ ਇਹ ਤੁਹਾਡੇ ਹੱਥ ਰੋਗਾਣੂ ਮੁਕਤ ਹੋ ਸਕਣ। ਆਪਣੇ ਭੋਜਨ ਪਦਾਰਥਾਂ ਨੂੰ ਕਵਰ ਕਰਕੇ ਰੱਖੋ ਅਤੇ ਮੱਖੀਆਂ ਦੀ ਪਹੁੰਚ ਤੋਂ ਦੂਰ ਰੱਖੋ, ਕਿਉਂਕਿ ਘਰੇਲੂ ਮੱਖੀਆਂ ਆਪਣੇ ਪੈਰਾਂ ਦੇ ਉੱਪਰ ਕਈ ਤਰ੍ਹਾਂ ਦੇ ਬਿਮਾਰੀ ਫੈਲਾਉਣ ਵਾਲੇ ਵਾਹਕਾਂ ਨੂੰ ਲੈ ਕੇ ਚੱਲਦੀਆਂ ਹਨ।
ਇਸੇ ਹੀ ਤਰ੍ਹਾਂ ਫਲਾਂ ਅਤੇ ਸਬਜ਼ੀਆਂ ਨੂੰ ਵਰਤੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ ਅਤੇ ਇਹਨਾਂ ਨੂੰ ਓਪਨ ਜਗ੍ਹਾ ਦੇ ਵਿੱਚ ਬਿਨਾਂ ਢੱਕੇ ਹੋਏ ਨਾ ਰੱਖੋ, ਤਾਂ ਕਿ ਇਹ ਕਿਸੇ ਵੀ ਬਿਮਾਰੀ ਫੈਲਾਉਣ ਵਾਲੇ ਰੋਗਾਣੂ ਜਾਂ ਰੋਗ ਵਾਹਕ ਦੇ ਸੰਪਰਕ ਵਿੱਚ ਨਾ ਆ ਸਕਣ। ਸਾਡਾ ਜਿਹੜਾ ਡਰੇਨੇਜ ਸਿਸਟਮ ਹੈ ਉਹ ਪ੍ਰੋਪਰ ਹੋਣਾ ਚਾਹੀਦਾ ਹੈ, ਅਤੇ ਵਾਟਰ ਜਿਹੜਾ ਸੀਵੇਜ ਦਾ ਵਾਟਰ ਹੁੰਦਾ ਉਸ ਦਾ ਪ੍ਰੋਪਰ ਟਰੀਟਮੈਂਟ ਹੋਣਾ ਚਾਹੀਦਾ ਹੈ। ਇਹ 5F ਦਾ ਸਿਧਾਂਤ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸਫਾਈ ਅਤੇ ਸਰੀਰ ਰੱਖਿਆ ਰਾਹੀਂ ਅਸੀਂ ਬਿਮਾਰੀ ਦੇ ਸੰਚਾਰ ਤੋਂ ਬਚਾਅ ਕਰ ਸਕਦੇ ਹਾਂ। ਬਿਨਾਂ ਕਿਸੇ ਖਾਸ ਰੋਗ ਦੇ ਵੀ ਅਸੀਂ ਮਾੜੀ ਸਿਹਤ ਦੇ ਹੋ ਸਕਦੇ ਹਾਂ। ਸਿਰਫ ਕਿਸੇ ਰੋਗ ਦਾ ਨਾ ਹੋਣਾ ਹੀ ਸਿਹਤਮੰਦ ਹੋਣਾ ਨਹੀਂ ਹੈ। ਸਿਹਤਮੰਦ ਹੋਣਾ ਕਿਸੇ ਵਿਅਕਤੀ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਮਰੱਥਾ ਦੀ ਸਥਿਤੀ ਹੈ, ਜਦੋਂ ਕਿ ਰੋਗ ਮੁਕਤ ਹੋਣਾ ਸਰੀਰ ਦੇ ਕਿਸੇ ਵੀ ਭਾਗ ਵਿੱਚ ਬੇਆਰਾਮੀ ਨਾ ਹੋਣ ਦੀ ਸਮਰੱਥਾ ਹੈ। ਸਿਹਤਮੰਦ ਹੋਣਾ ਜੀਵ ਦੇ ਨਿੱਜੀ, ਸਮਾਜਿਕ ਅਤੇ ਵਾਤਾਵਰਨਿਕ ਕਾਰਕਾਂ ਉੱਤੇ ਨਿਰਭਰ ਕਰਦਾ ਹੈ, ਜਦੋਂ ਕਿ ਰੋਗ ਮੁਕਤ ਹੋਣਾ ਜੀਵ ਦੇ ਸਿਰਫ ਨਿੱਜੀ ਕਾਰਕਾਂ ਉੱਤੇ ਹੀ ਨਿਰਭਰ ਕਰਦਾ ਹੈ। ਸਿਹਤਮੰਦ ਹੋਣਾ, ਇੱਕ ਵਿਅਕਤੀ ਰੋਗ ਮੁਕਤ ਹੋਵੇਗਾ ਤਾਂ ਉਹ ਸਿਹਤਮੰਦ ਵੀ ਹੋਵੇਗਾ, ਜਦੋਂ ਕਿ ਇੱਕ ਰੋਗ ਮੁਕਤ ਵਿਅਕਤੀ ਚੰਗੀ ਸਿਹਤ ਦਾ ਵੀ ਹੋ ਸਕਦਾ ਹੈ ਅਤੇ ਮਾੜੀ ਸਿਹਤ ਦਾ ਵੀ ਹੋ ਸਕਦਾ ਹੈ। ਇੱਕ ਸਿਹਤਮੰਦ ਵਿਅਕਤੀ ਪ੍ਰਭਾਵਸ਼ਾਲੀ ਢੰਗ ਨਾਲ ਸਰੀਰ ਵਿੱਚ ਹਿਲਜੁਲ ਅਤੇ ਹਰਕਤ ਪੈਦਾ ਕਰ ਸਕਦਾ ਹੈ। ਰੋਗ ਮੁਕਤ ਵਿਅਕਤੀ ਦੀ ਕਾਰਗੁਜ਼ਾਰੀ ਨਿੱਜੀ ਅਤੇ ਵਾਤਾਵਰਨਕ ਰਵੱਈਏ ਉੱਪਰ ਨਿਰਭਰ ਕਰਦੀ ਹੈ। ਜਦੋਂ ਕੋਈ ਰੋਗ ਹੁੰਦਾ ਹੈ ਤਾਂ ਸਰੀਰ ਦੀ ਕਿਸੇ ਪ੍ਰਣਾਲੀ ਵਿੱਚ ਸੰਰਚਨਾਤਮਕ ਜਾਂ ਕਿਰਿਆਤਮਕ ਖਰਾਬੀ ਆਉਣ ਲੱਗਦੀ ਹੈ। ਇਸ ਖਰਾਬੀ ਨਾਲ ਬਿਮਾਰੀ ਦੇ ਲੱਛਣ ਉੱਭਰਨ ਲੱਗਦੇ ਹਨ। ਬਿਮਾਰੀ ਦੇ ਲੱਛਣਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸਿਹਤ ਖਰਾਬ ਹੋ ਰਹੀ ਹੈ। ਰੋਗ ਦੇ ਚਿੰਨ੍ਹ ਉਹ ਹਨ ਜਿਨ੍ਹਾਂ ਨੂੰ ਡਾਕਟਰ ਲੱਛਣਾਂ ਦੇ ਆਧਾਰ 'ਤੇ ਦੇਖਦੇ ਹਨ। ਇਹਨਾਂ ਦੇ ਆਧਾਰ 'ਤੇ ਹੀ ਡਾਕਟਰ ਕਿਸੇ ਖਾਸ ਬਿਮਾਰੀ ਹੋਣ ਦਾ ਅੰਦਾਜ਼ਾ ਲਗਾਉਂਦੇ ਹਨ। ਰੋਗ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਇਹ ਸੂਖਮ ਜੀਵਾਂ ਰਾਹੀਂ, ਜਿਵੇਂ ਜੀਵਾਣੂ, ਵਿਸ਼ਾਣੂ, ਉੱਲੀ, ਪ੍ਰੋਟੋਜ਼ੋਆ ਅਤੇ ਕਿਰਮਾਂ ਰਾਹੀਂ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਤੰਦਰੁਸਤ ਨਹੀਂ ਹੈ ਤਾਂ ਕੁਪੋਸ਼ਣ ਵੀ ਇੱਕ ਕਾਰਨ ਹੋ ਸਕਦਾ ਹੈ। ਚੰਗਾ ਸਿਹਤਮੰਦ ਬੱਚਾ ਜੇਕਰ ਪੌਸ਼ਟਿਕ ਖੁਰਾਕ ਨਾ ਲੈ ਰਿਹਾ ਹੋਵੇ ਤਾਂ ਉਹਦੇ ਵਿੱਚ ਰੋਗ ਦਾ ਕਾਰਨ ਉਹ ਕੁਪੋਸ਼ਣ ਹੋ ਸਕਦਾ ਹੈ। ਬੱਚੇ ਦੇ ਅਣਵੰਸ਼ਕ ਗੁਣ ਕੁਝ ਅਜਿਹੇ ਹੋਣ ਕਿ ਜਦੋਂ ਉਹ ਰੋਗਾਣੂ ਦੇ ਸੰਪਰਕ ਵਿੱਚ ਆਵੇ ਤਾਂ ਉਹ ਰੋਗਗ੍ਰਸਤ ਹੋ ਸਕਦਾ ਹੈ। ਰੋਗਾਣੂ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ ਅਣਵੰਸ਼ਕ ਗੁਣ ਅਤੇ ਕੁਪੋਸ਼ਣ ਇਹ ਕਾਰਨ ਬਣ ਸਕਦੇ ਹਨ। ਬੱਚੇ ਲਈ ਸਾਫ਼ ਸੁਥਰਾ ਪਾਣੀ, ਪੀਣ ਦਾ ਪਾਣੀ ਉਪਲਬਧ ਨਾ ਹੋਣਾ, ਇਹ ਵੀ ਰੋਗ ਹੋਣ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਬੱਚੇ ਨੂੰ ਟੀਕਾਕਰਨ ਸਹੀ ਤਰੀਕੇ ਨਾਲ ਨਾ ਹੋਇਆ ਹੋਵੇ ਜਾਂ ਉਸ ਨੂੰ ਸਿਹਤ ਸੰਬੰਧੀ ਸਹੂਲਤਾਂ ਉਚਿਤ ਨਾ ਮਿਲੀਆਂ ਹੋਣ, ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਇਸ ਸਲਾਈਡ ਵਿੱਚ ਤੁਹਾਨੂੰ ਕੁਝ ਸੂਖਮ ਜੀਵ ਵੀ ਦਿਖਾਈ ਦੇ ਰਹੇ ਹਨ ਜੋ ਕਿ ਵੱਖ-ਵੱਖ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣਦੇ ਹਨ। ਪਹਿਲੇ ਚਿੱਤਰ ਦੇ ਵਿੱਚ ਤੁਹਾਨੂੰ ਰੋਗੀ ਕੋਸ਼ਿਕਾ ਵਿੱਚੋਂ ਬਾਹਰ ਨਿਕਲਦੇ ਸਾਰਸ ਜੀਵਾਣੂ ਦਿਖਾਏ ਗਏ ਹਨ। ਦੂਜੇ ਚਿੱਤਰ ਦੇ ਵਿੱਚ ਸਟੇਫਾਈਲੋਕਾਕਾਈ ਜੀਵਾਣੂ ਦਿਖਾਏ ਗਏ ਹਨ ਜੋ ਕਿ ਕਿੱਲਾਂ ਦਾ ਕਾਰਨ ਬਣਦੇ ਹਨ। ਤੀਜੇ ਚਿੱਤਰ ਦੇ ਵਿੱਚ ਪ੍ਰੋਟੋਜ਼ੋਆ ਟ੍ਰਾਈਪੈਨੋਸੋਮਾ ਦਿਖਾਈ ਦੇ ਰਿਹਾ ਹੈ ਜੋ ਕਿ ਨੀਂਦ ਦੀ ਬਿਮਾਰੀ ਸਲੀਪਿੰਗ ਸਿਕਨੈਸ ਦਾ ਕਾਰਨ ਹੈ। ਲਿਸ਼ਮਾਨੀਆ ਇਹ ਵੀ ਇੱਕ ਪ੍ਰੋਟੋਜ਼ੋਆ ਹੈ ਜੋ ਕਾਲਾਜ਼ਾਰ ਰੋਗ ਦਾ ਕਾਰਕ ਹੁੰਦਾ ਹੈ।
ਇਸ ਤੋਂ ਅਗਲੇ ਚਿੱਤਰ ਦੇ ਵਿੱਚ ਤੁਹਾਨੂੰ ਇੱਕ ਪਰੋੜ ਗੋਲ ਕਿਸਮ ਦਾ ਚਿੱਤਰ ਦਿਖਾਇਆ ਗਿਆ ਹੈ, ਜੋ ਕਿ ਛੋਟੀ ਆਂਦਰ ਦੇ ਵਿੱਚ ਮਿਲਦਾ ਹੈ ਤੇ ਉੱਥੇ ਰੋਗ ਦਾ ਕਾਰਨ ਬਣਦਾ ਹੈ। ਜਦੋਂ ਕੋਈ ਰੋਗ ਹੁੰਦਾ ਹੈ ਤਾਂ ਸਰੀਰ ਦੀ ਕਿਸੇ ਪ੍ਰਣਾਲੀ ਵਿੱਚ ਸੰਰਚਨਾਤਮਕ ਜਾਂ ਕਿਰਿਆਤਮਕ ਖਰਾਬੀ ਆਉਣ ਲੱਗਦੀ ਹੈ। ਇਸ ਖਰਾਬੀ ਨਾਲ ਬਿਮਾਰੀ ਦੇ ਲੱਛਣ ਉੱਭਰਨ ਲੱਗਦੇ ਹਨ। ਬਿਮਾਰੀ ਦੇ ਲੱਛਣਾਂ ਤੋਂ ਹੀ ਸਾਨੂੰ ਸਿਹਤ ਖਰਾਬ ਹੋਣ ਦਾ ਪਤਾ ਲੱਗਦਾ ਹੈ। ਇਸ ਤਰ੍ਹਾਂ ਸਿਰ ਦਰਦ, ਖਾਂਸੀ, ਦਸਤ ਜਾਂ ਪਸ ਨਿਕਲਣਾ ਸਭ ਰੋਗਾਂ ਦੇ ਲੱਛਣ ਹਨ। ਇਹਨਾਂ ਲੱਛਣਾਂ ਤੋਂ ਕਿਸੇ ਨਾ ਕਿਸੇ ਰੋਗ ਹੋਣ ਬਾਰੇ ਪਤਾ ਲੱਗਦਾ ਹੈ, ਪਰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਰੋਗ ਹੈ। ਉਦਾਹਰਨ ਵਜੋਂ ਸਿਰ ਦਰਦ ਦਾ ਕਾਰਨ ਪ੍ਰੀਖਿਆ ਦਾ ਡਰ, ਦਿਮਾਗ ਦੀਆਂ ਝਿੱਲੀਆਂ ਦੀ ਸੋਜ ਜਾਂ ਦਰਜਨਾਂ ਹੋਰ ਬਿਮਾਰੀਆਂ ਵਿੱਚੋਂ ਇੱਕ ਹੋ ਸਕਦਾ ਹੈ। ਰੋਗ ਦੇ ਚਿੰਨ੍ਹ ਉਹ ਹਨ ਜਿਨ੍ਹਾਂ ਨੂੰ ਡਾਕਟਰ ਲੱਛਣਾਂ ਦੇ ਆਧਾਰ 'ਤੇ ਦੇਖਦੇ ਹਨ। ਇਹਨਾਂ ਦੇ ਆਧਾਰ 'ਤੇ ਡਾਕਟਰ ਕਿਸੇ ਖਾਸ ਬਿਮਾਰੀ ਹੋਣ ਦਾ ਅੰਦਾਜ਼ਾ ਲਗਾਉਂਦੇ ਹਨ। ਪ੍ਰਯੋਗਸ਼ਾਲਾ ਵਿੱਚ ਕੀਤੇ ਕੁਝ ਪ੍ਰਯੋਗ ਦੇ ਆਧਾਰ 'ਤੇ ਉਹ ਰੋਗ ਬਾਰੇ ਸਹੀ ਪਤਾ ਲਗਾਉਂਦੇ ਹਨ। ਰੋਗਾਂ ਦੇ ਹੋਣ ਦੇ ਕਾਰਨ ਕਈ ਕਾਰਕਾਂ 'ਤੇ ਨਿਰਭਰ ਕਰਦੇ ਹਨ। ਕਈ ਰੋਗ ਬਹੁਤ ਥੋੜ੍ਹੀ ਦੇਰ ਰਹਿੰਦੇ ਹਨ। ਇਹਨਾਂ ਨੂੰ ਅਲਪਕਾਲੀਨ ਰੋਗ ਕਹਿੰਦੇ ਹਨ। ਅਸੀਂ ਸਭ ਨੇ ਅਨੁਭਵ ਕੀਤਾ ਹੈ ਕਿ ਠੰਡ, ਜ਼ੁਕਾਮ ਕੁਝ ਕੁ ਦਿਨ ਹੀ ਰਹਿੰਦਾ ਹੈ। ਦੂਜੇ ਪਾਸੇ ਕੁਝ ਅਜਿਹੇ ਰੋਗ ਹੁੰਦੇ ਹਨ ਜਿਹੜੇ ਲੰਮਾ ਸਮਾਂ ਜਾਂ ਪੂਰਾ ਜੀਵਨ ਕਾਲ ਰਹਿੰਦੇ ਹਨ। ਇਹਨਾਂ ਨੂੰ ਦੀਰਘਕਾਲੀਨ ਰੋਗ ਕਹਿੰਦੇ ਹਨ, ਜਿਵੇਂ ਐਸਥਮਾ ਜਾਂ ਸਾਹ ਰੋਗ। ਇੱਕ ਹੋਰ ਇਸ ਦੀ ਉਦਾਹਰਨ ਹੈ ਐਲੀਫੈਂਟਿਆਸਿਸ ਰੋਗ, ਹਾਥੀ ਪੈਰ ਰੋਗ। ਇਹ ਭਾਰਤ ਦੇ ਕੁਝ ਖੇਤਰਾਂ ਵਿੱਚ ਆਮ ਪਾਇਆ ਜਾਣ ਵਾਲਾ ਦੀਰਘਕਾਲੀਨ ਰੋਗ ਹੈ। ਅਲਪਕਾਲੀਨ ਅਤੇ ਦੀਰਘਕਾਲੀਨ ਰੋਗਾਂ ਦੇ ਸਾਡੀ ਸਿਹਤ 'ਤੇ ਅਲੱਗ-ਅਲੱਗ ਪ੍ਰਭਾਵ ਹਨ। ਕੋਈ ਵੀ ਰੋਗ ਹੋਵੇ, ਉਹ ਸਾਡੇ ਸਰੀਰ ਦੇ ਕਿਸੇ ਭਾਗ ਵਿੱਚ ਰੁਕਾਵਟ ਕਰਦਾ ਹੈ ਜਾਂ ਸਾਡੀ ਸਿਹਤ ਵਿੱਚ ਖਰਾਬੀ ਕਰ ਸਕਦਾ ਹੈ, ਕਿਉਂਕਿ ਠੀਕ ਸਿਹਤ ਵਾਸਤੇ ਸਰੀਰ ਦੇ ਸਾਰੇ ਅੰਗਾਂ ਦਾ ਠੀਕ ਕੰਮ ਕਰਨਾ ਜ਼ਰੂਰੀ ਹੈ। ਪਰੰਤੂ ਅਲਪਕਾਲੀਨ ਰੋਗ ਜੋ ਬਹੁਤ ਘੱਟ ਸਮਾਂ ਰਹਿੰਦੇ ਹਨ, ਆਮ ਸਿਹਤ ਨੂੰ ਪ੍ਰਭਾਵਿਤ ਕਰਨ ਦਾ ਉਹਨਾਂ ਨੂੰ ਸਮਾਂ ਨਹੀਂ ਮਿਲਦਾ, ਜਦੋਂ ਕਿ ਦੀਰਘਕਾਲੀਨ ਰੋਗ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਨ ਵਜੋਂ ਖਾਂਸੀ ਜ਼ੁਕਾਮ ਬਾਰੇ ਸੋਚੋ, ਜੋ ਸਾਨੂੰ ਸਭ ਨੂੰ ਅਕਸਰ ਹੀ ਹੁੰਦਾ ਰਹਿੰਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇੱਕ ਹਫ਼ਤੇ ਵਿੱਚ ਹੀ ਠੀਕ ਹੋ ਜਾਂਦੇ ਹਨ ਅਤੇ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਜਦੋਂ ਕਿ ਅਸੀਂ ਫੇਫੜਿਆਂ ਦੀ TB ਵਰਗੇ ਦੀਰਘਕਾਲੀਨ ਰੋਗ ਦੀ ਜਕੜ ਵਿੱਚ ਆ ਜਾਂਦੇ ਹਾਂ ਤਾਂ ਅਸੀਂ ਸਾਲਾਂ ਬੱਧੀ ਬਿਮਾਰ ਰਹਿੰਦੇ ਹਾਂ। ਸਾਡਾ ਭਾਰ ਘਟ ਜਾਂਦਾ ਹੈ, ਅਸੀਂ ਹਰ ਵੇਲੇ ਥੱਕੇ ਮਹਿਸੂਸ ਕਰਦੇ ਹਾਂ। ਜੇਕਰ ਤੁਸੀਂ ਕਿਸੇ ਅਲਪਕਾਲੀਨ ਰੋਗ ਤੋਂ ਪੀੜਤ ਹੋ ਤਾਂ ਤੁਸੀਂ ਕੁਝ ਦਿਨ ਸਕੂਲ ਨਹੀਂ ਜਾ ਸਕੋਗੇ, ਪਰ ਜੇਕਰ ਤੁਸੀਂ ਦੀਰਘਕਾਲੀਨ ਰੋਗ ਤੋਂ ਪੀੜਤ ਹੋ ਤਾਂ ਤੁਹਾਨੂੰ ਸਕੂਲ ਵਿੱਚ ਹੋ ਰਹੀ ਪੜ੍ਹਾਈ ਸਮਝਣ ਵਿੱਚ ਕਠਿਨਾਈ ਹੋਵੇਗੀ ਅਤੇ ਤੁਹਾਡੀ ਸਿੱਖਣ ਅਤੇ ਸਮਝਣ ਦੀ ਸ਼ਕਤੀ ਵੀ ਘੱਟ ਜਾਵੇਗੀ ਅਤੇ ਲੰਮੇ ਸਮੇਂ ਲਈ ਸਾਡੀ ਸਿਹਤ ਖਰਾਬ ਰਹੇਗੀ। ਇਸ ਲਈ ਦੀਰਘਕਾਲੀਨ ਰੋਗ ਅਲਪਕਾਲੀਨ ਰੋਗਾਂ ਦੇ ਮੁਕਾਬਲੇ ਲੋਕਾਂ ਦੀ ਸਿਹਤ ਉੱਤੇ ਲੰਮੇ ਸਮੇਂ ਲਈ ਮਾੜਾ ਪ੍ਰਭਾਵ ਪਾਉਂਦੇ ਹਨ। ਸਾਨੂੰ ਜਨਤਕ ਸਿਹਤ ਅਤੇ ਸਿਹਤ ਸੰਬੰਧੀ ਕਾਰਕਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਵਿਸ਼ੇ 'ਤੇ ਹੋਰ ਚਰਚਾ ਕਰਦੇ ਹਾਂ। ਰੋਗ ਦੇ ਤਤਕਾਲੀਨ ਕਾਰਨਾਂ ਬਾਰੇ ਸੋਚਣਾ ਚੰਗਾ ਹੋਵੇਗਾ, ਕਿਉਂਕਿ ਇਹ ਦੋਵਾਂ ਤਰੀਕਿਆਂ ਦੇ ਕਾਰਨ ਹੋ ਸਕਦੇ ਹਨ। ਰੋਗਾਂ ਦੇ ਕਾਰਨ ਇੱਕ ਵਰਗ ਹੈ ਛੂਤ ਦੇ ਕਾਰਕ, ਜੋ ਜ਼ਿਆਦਾਤਰ ਸੂਖਮ ਜੀਵ ਹੁੰਦੇ ਹਨ। ਉਹ ਰੋਗ ਜਿਨ੍ਹਾਂ ਦੇ ਤਤਕਾਲੀਨ ਕਾਰਕ ਸੂਖਮ ਜੀਵ ਹੁੰਦੇ ਹਨ, ਉਹਨਾਂ ਨੂੰ ਛੂਤ ਦੇ ਰੋਗ ਕਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਸੂਖਮ ਜੀਵ ਸਮੁਦਾਇ ਵਿੱਚ ਫੈਲ ਸਕਦੇ ਹਨ
ਅਤੇ ਇਹਨਾਂ ਨਾਲ ਹੋਣ ਵਾਲੇ ਰੋਗ ਜ਼ਿਆਦਾ ਬੋਝ ਇਹਨਾਂ ਹੋਣ ਦੇ ਨਾਲ ਕਰਕੇ ਹੀ ਜਾਂ ਫੈਲ ਜਾਂਦੇ ਹਨ। ਘੱਟ ਕਸਰਤ ਦੂਜੇ ਕਰਨ ਪਾਸੇ ਕਰਕੇ ਕੁਝ ਹੋ ਰੋਗ ਸਕਦਾ ਹੈ। ਅਜਿਹੇ ਹੁੰਦੇ ਹਨ ਤੁਸੀਂ ਜੋ ਹੋਰ ਵੀ ਛੂਤ ਕਈ ਦੇ ਬਿਮਾਰੀਆਂ ਕਾਰਨਾਂ ਬਾਰੇ ਕਰਕੇ ਨਹੀਂ ਸੋਚ ਹੁੰਦੇ। ਸਕਦੇ ਹੋ ਉਹਨਾਂ ਦੇ ਕਾਰਨ ਜਿਨ੍ਹਾਂ ਦੇ ਹੋਰ ਹੋ ਕਾਰਨ ਸਕਦੇ ਹਨ, ਛੂਤ ਦੇ ਪਰ ਨਹੀਂ ਉਹ ਹਨ। ਸੂਖਮ ਜੀਵਾਂ ਦੀ ਤਰ੍ਹਾਂ ਜਿਹੜੇ ਬਾਹਰੀ ਤਰੀਕਿਆਂ ਨਾਲ ਕਾਰਕ ਨਹੀਂ ਬਿਮਾਰੀਆਂ ਹੁੰਦੇ ਜੋ ਫੈਲਦੀਆਂ ਸਮੁਦਾਇ ਹਨ ਵਿੱਚ ਫੈਲ ਅਤੇ ਸਕਣ। ਜਿਹੜੇ ਸਗੋਂ ਤਰੀਕਿਆਂ ਇਹਨਾਂ ਨਾਲ ਰੋਗਾਂ ਦੇ ਉਹਨਾਂ ਦਾ ਕਾਰਨ ਇਲਾਜ ਅੰਦਰੂਨੀ ਕੀਤਾ ਹੁੰਦੇ ਜਾਂਦਾ ਹਨ। ਹੈ ਇਹਨਾਂ ਅਤੇ ਨੂੰ ਅਛੂਤ ਸਮੁਦਾਇਕ ਦੇ ਪੱਧਰ ਰੋਗ ਤੇ ਕਹਿੰਦੇ ਹਨ। ਉਹਨਾਂ ਤੋਂ ਉਦਾਹਰਨ ਬਚਾਅ ਵਜੋਂ ਕੀਤਾ ਕੁਝ ਜਾਂਦਾ ਹੈ। ਕੈਂਸਰ ਉਹ ਅਣੂਵੰਸ਼ਿਕ ਬਿਮਾਰੀ ਦੋਸ਼ਾਂ ਦੀ ਕਰਕੇ ਕਿਸਮ ਹੋ ਤੇ ਸਕਦੇ ਨਿਰਭਰ ਹਨ। ਕਰਦਾ ਹੈ। ਲਹੂ ਦਾ ਉੱਚ ਇਹ ਦਬਾਅ, ਇਸ ਗੱਲ ਉੱਤੇ ਵੀ ਕੰਮ ਦੇ ਨਿਰਭਰ ਜ਼ਿਆਦਾ ਕਰੇਗਾ ਬੋਝ ਹੋਣ ਕਿ ਕਰਕੇ ਬਿਮਾਰੀ ਦਾ ਜਾਂ ਘੱਟ ਕਸਰਤ ਕਰਨ ਤਤਕਾਲੀਨ ਕਰਕੇ ਹੋ ਕਾਰਨ ਸਕਦਾ ਹੈ। ਛੂਤ ਤੁਸੀਂ ਦਾ ਹੋਰ ਹੈ ਵੀ ਕਈ ਬਿਮਾਰੀਆਂ ਜਾਂ ਬਾਰੇ ਸੋਚ ਸਕਦੇ ਅਛੂਤ। ਹੋ ਜਿਨ੍ਹਾਂ ਦੇ ਕਾਰਨ ਛੂਤ ਦੇ ਨਹੀਂ ਹਨ। ਜਿਹੜੇ ਤਰੀਕਿਆਂ ਨਾਲ ਬਿਮਾਰੀਆਂ ਫੈਲਦੀਆਂ ਹਨ ਅਤੇ ਜਿਹੜੇ ਤਰੀਕਿਆਂ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਸਮੁਦਾਇ ਪੱਧਰ 'ਤੇ ਉਹਨਾਂ ਤੋਂ ਬਚਾਅ ਕੀਤਾ ਜਾਂਦਾ ਹੈ, ਉਹ ਬਿਮਾਰੀ ਦੀ ਕਿਸਮਤ 'ਤੇ ਨਿਰਭਰ ਕਰਦਾ ਹੈ। ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਬਿਮਾਰੀ ਦਾ ਤਤਕਾਲੀਨ ਕਾਰਨ ਛੂਤ ਦਾ ਹੈ ਜਾਂ ਅਛੂਤ ਦਾ। ਆਓ ਹੁਣ ਇੱਕ ਅਛੂਤ ਦੇ ਰੋਗ ਬਾਰੇ ਗੱਲ ਕਰਦੇ ਹਾਂ, ਪੈਪਟਿਕ ਅਲਸਰ। ਤੇ ਇਸ ਬਾਰੇ ਜਾਣਕਾਰੀ ਹਾਸਲ ਕਰਨ ਵਾਲੇ ਵਿਗਿਆਨੀਆਂ ਤੇ ਉਹਨਾਂ ਨੂੰ ਮਿਲਣ ਵਾਲੇ ਨੋਬਲ ਪੁਰਸਕਾਰ ਬਾਰੇ ਗੱਲ ਕਰਦੇ ਹਾਂ। ਬਹੁਤ ਸਾਲਾਂ ਤੱਕ ਹਰ ਕੋਈ ਇਹ ਸੋਚਦਾ ਰਿਹਾ ਕਿ ਪੈਪਟਿਕ ਅਲਸਰ ਪੇਟ ਵਿਚਲੇ ਫੋੜੇ, ਜਿਹੜੇ ਪੇਟ ਵਿੱਚ ਤੇ ਅੰਤੜੀਆਂ ਦੇ ਕਿਸੇ ਹਿੱਸੇ ਵਿੱਚ ਅਮਲਤਾ ਐਸਿਡਿਟੀ ਸੰਬੰਧੀ ਦਰਦ ਅਤੇ ਖੂਨ ਦਾ ਰਿਸਾਵ ਕਰਦੇ ਹਨ, ਉਹ ਜ਼ਿੰਦਗੀ ਦੇ ਰਹਿਣ ਸਹਿਣ ਦੇ ਢੰਗਾਂ ਕਰਕੇ ਹੈ। ਹਰ ਕੋਈ ਸੋਚਦਾ ਸੀ ਕਿ ਸੰਘਰਸ਼ ਭਰੇ ਜੀਵਨ ਕਰਕੇ ਪੇਟ ਵਿੱਚ ਤੇਜ਼ਾਬ ਦਾ ਰਿਸਾਵ ਹੁੰਦਾ ਰਹਿੰਦਾ ਹੈ, ਜਿਹਦੇ ਕਰਕੇ ਪੈਪਟਿਕ ਅਲਸਰ ਹੁੰਦੇ ਹਨ। ਫਿਰ 2 ਆਸਟ੍ਰੇਲੀਆਈ ਵਿਗਿਆਨੀਆਂ ਨੇ ਖੋਜ ਕੀਤੀ ਕਿ ਇੱਕ ਜੀਵਾਣੂ ਹੈਲੀਕੋਬੈਕਟਰ ਪਾਇਲੋਰੀ ਪੈਪਟਿਕ ਅਲਸਰ ਦਾ ਕਾਰਨ ਹੈ। ਪਰਥ, ਆਸਟ੍ਰੇਲੀਆ ਦੇ ਇੱਕ ਰੋਗ ਵਿਗਿਆਨੀ ਰੌਬਿਨ ਵਾਰਨ, ਜਿਸ ਦਾ ਜਨਮ 1937 ਵਿੱਚ ਹੋਇਆ, ਨੇ ਇਸ ਛੋਟੇ ਚਾਪ ਵਰਗੇ ਬੈਕਟੀਰੀਆ ਨੂੰ ਅਨੇਕਾਂ ਰੋਗੀਆਂ ਦੇ ਪੇਟ ਦੇ ਹਿਸਲੇ ਭਾਗ ਵਿੱਚ ਦੇਖਿਆ। ਬੈਰੀ ਮਾਰਸ਼ਲ, ਜਿਸ ਦਾ ਜਨਮ ਸੰਨ 1951 ਵਿੱਚ ਹੋਇਆ, ਇੱਕ ਡਾਕਟਰ ਨੇ ਵਾਰੇਨ ਦੀ ਇਸ ਖੋਜ ਵਿੱਚ ਦਿਲਚਸਪੀ ਲਈ ਤੇ ਉਹਨਾਂ ਨੇ ਇਹਨਾਂ ਸਰੋਤਾਂ ਤੋਂ ਜੀਵਾਣੂਆਂ ਦੇ ਕਲਚਰ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ। ਇਲਾਜ ਅਧਿਐਨ ਸਮੇਂ ਮਾਰਸ਼ਲ ਅਤੇ ਵਾਰੇਨ ਨੇ ਪਤਾ ਲਗਾਇਆ ਕਿ ਰੋਗੀ ਦੇ ਪੈਪਟਿਕ ਅਲਸਰ ਦਾ ਇਲਾਜ ਤਾਂ ਹੋ ਸਕਦਾ ਹੈ ਜੇਕਰ ਜੀਵਾਣੂਆਂ ਨੂੰ ਪੇਟ ਵਿੱਚ ਹੀ ਮਾਰ ਦਿੱਤਾ ਜਾਵੇ। ਮਾਰਸ਼ਲ ਅਤੇ ਵਾਰੇਨ ਦੀ ਇਸ ਅਦਭੁਤ ਖੋਜ ਲਈ ਵਿਸ਼ਵ ਭਾਈਚਾਰਾ ਸ਼ੁਕਰਗੁਜ਼ਾਰ ਹੈ ਕਿ ਹੁਣ ਪੈਪਟਿਕ ਅਲਸਰ ਦੀਰਘਕਾਲੀਨ ਰੋਗ ਹੈ ਤੇ ਅਪੰਗ ਕਰਨ ਵਾਲਾ ਰੋਗ ਨਹੀਂ ਰਿਹਾ, ਬਲਕਿ ਕੁਝ ਸਮੇਂ ਤੱਕ ਪ੍ਰਤੀਜੈਵਿਕ ਦਵਾਈਆਂ ਦੇ ਇਲਾਜ ਨਾਲ ਠੀਕ ਹੋ ਜਾਂਦਾ ਹੈ। ਇਸ ਖੋਜ ਲਈ ਮਾਰਸ਼ਲ ਅਤੇ ਵਾਰੇਨ ਨੂੰ ਸਰੀਰ ਕਿਰਿਆ ਵਿਗਿਆਨ ਅਤੇ ਔਸ਼ਧੀ ਵਿਗਿਆਨ ਮੈਡੀਸਿਨ ਦੇ ਖੇਤਰ ਵਿੱਚ ਸੰਨ 2005 ਵਿੱਚ ਸੰਯੁਕਤ ਰੂਪ ਵਿੱਚ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ। ਅਸੀਂ ਦੇਖਿਆ ਹੈ ਕਿ ਸੰਜੀਵ ਜਗਤ ਦੀ ਅਨੇਕਤਾ ਨੂੰ ਕੁਝ ਹੀ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਵਰਗੀਕਰਨ ਸੰਜੀਵਾਂ ਵਿੱਚ ਕੁਝ ਸਾਂਝੇ ਗੁਣਾਂ ਜਾਂ ਲੱਛਣਾਂ 'ਤੇ ਆਧਾਰਿਤ ਹੈ। ਜਿਹੜੇ ਸੰਜੀਵ ਬਿਮਾਰੀਆਂ ਫੈਲਾਉਂਦੇ ਹਨ, ਉਹ ਇਹਨਾਂ ਅਨੇਕ ਵਰਗਾਂ ਵਿੱਚ ਆਉਂਦੇ ਹਨ। ਉਹਨਾਂ ਵਿੱਚੋਂ ਕੁਝ ਵਿਸ਼ਾਣੂ, ਵਾਇਰਸ, ਕੁਝ ਜੀਵਾਣੂ, ਬੈਕਟੀਰੀਆ, ਕੁਝ ਉੱਲੀਆਂ, ਫੰਜਾਈ ਅਤੇ ਕੁਝ ਇੱਕ-ਸੈਲੀ ਜੀਵ ਭਾਵ ਪ੍ਰੋਟੋਜ਼ੋਆ ਹਨ। ਕੁਝ ਬਿਮਾਰੀਆਂ ਬਹੁ-ਸੈਲੀ ਜੀਵਾਂ ਦੇ ਵੱਖ-ਵੱਖ ਪ੍ਰਕਾਰ ਦੇ ਕਿਰਮਾਂ ਦੁਆਰਾ ਵੀ ਹੁੰਦੀਆਂ ਹਨ। ਵਿਸ਼ਾਣੂਆਂ ਦੁਆਰਾ ਹੋਣ ਵਾਲੀਆਂ ਕੁਝ ਆਮ ਬਿਮਾਰੀਆਂ ਹਨ: ਖਾਂਸੀ, ਜ਼ੁਕਾਮ, ਇਨਫਲੂਐਂਜ਼ਾ, ਡੇਂਗੂ ਬੁਖਾਰ ਅਤੇ ਏਡਜ਼।
ਕੁਝ ਰੋਗ ਜਿਵੇਂ ਟਾਈਫਾਈਡ ਬੁਖਾਰ, ਹੈਜ਼ਾ, ਟੀਬੀ ਦਾ ਰੋਗ ਅਤੇ ਐਂਥ੍ਰੈਕਸ ਰੋਗ ਜੀਵਾਣੂਆਂ ਦੁਆਰਾ ਹੁੰਦੇ ਹਨ। ਬਹੁਤ ਸਾਰੇ ਚਮੜੀ ਰੋਗ ਵੱਖ-ਵੱਖ ਤਰ੍ਹਾਂ ਦੀਆਂ ਉੱਲੀਆਂ ਨਾਲ ਹੁੰਦੇ ਹਨ। ਪ੍ਰੋਟੋਜ਼ੋਆ ਸੂਖਮ ਜੀਵ ਬਹੁਤ ਆਮ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ ਰੋਗ, ਕਾਲਾਜ਼ਾਰ ਰੋਗ ਕਰਦੇ ਹਨ। ਅਸੀਂ ਸਾਰਿਆਂ ਨੇ ਅੰਤੜੀ ਵਿੱਚ ਹੋਣ ਵਾਲੀ ਕਿਰਮਾਂ ਦੀ ਲਾਗ ਅਤੇ ਕਿਸਮਾਂ ਦੀਆਂ ਕਈ ਪ੍ਰਜਾਤੀਆਂ ਨਾਲ ਹੋਣ ਵਾਲੇ ਪੈਰ ਫੁੱਲਣ ਐਲੀਫੈਂਟਿਆਸਿਸ ਰੋਗ ਬਾਰੇ ਵੀ ਸੁਣਿਆ ਹੈ। ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਲਾਗ ਕਰਨ ਵਾਲੇ ਇਹਨਾਂ ਕਾਰਕਾਂ ਬਾਰੇ ਸੋਚੀਏ? ਇਸ ਦਾ ਉੱਤਰ ਇਹ ਹੈ ਕਿ ਇਹਨਾਂ ਵਰਗਾਂ ਬਾਰੇ ਜਾਣਨਾ ਇਸ ਲਈ ਜ਼ਰੂਰੀ ਹੈ ਤਾਂ ਕਿ ਇਹ ਫੈਸਲਾ ਕੀਤਾ ਜਾ ਸਕੇ ਕਿ ਕਿਸ ਤਰ੍ਹਾਂ ਦਾ ਇਲਾਜ ਕਰਨਾ ਹੈ। ਇਹਨਾਂ ਸਾਰੇ ਵਰਗਾਂ ਦੇ ਜੀਵਾਂ ਜਿਵੇਂ ਵਿਸ਼ਾਣੂ, ਜੀਵਾਣੂ ਆਦਿ ਦੇ ਕੋਈ ਸਾਂਝੇ ਜੈਵਿਕ ਗੁਣ ਹਨ। ਉਦਾਹਰਨ ਵਜੋਂ ਸਾਰੇ ਵਿਸ਼ਾਣੂ ਪਰਪੋਸ਼ੀ ਅਤੇ ਸਰੀਰਕ ਸੈੱਲਾਂ ਵਿੱਚ ਰਹਿੰਦੇ ਹਨ, ਪਰ ਜੀਵਾਣੂ ਅਜਿਹਾ ਨਹੀਂ ਕਰਦੇ। ਵਿਸ਼ਾਣੂ, ਜੀਵਾਣੂ ਅਤੇ ਉੱਲੀਆਂ ਬਹੁਤ ਤੇਜ਼ੀ ਨਾਲ ਗੁਣਿਤ ਹੁੰਦੇ ਹਨ, ਪਰੰਤੂ ਇਸ ਦੀ ਤੁਲਨਾ ਵਿੱਚ ਕਿਰਮਾਂ ਵਿੱਚ ਵਾਧਾ ਜਾਂ ਗੁਣਨ ਹੌਲੀ ਹੁੰਦਾ ਹੈ। ਵਰਗੀਕਰਨ ਦੇ ਅਨੁਸਾਰ ਸਾਰੇ ਜੀਵਾਣੂ ਵਿਸ਼ਾਣੂਆਂ ਤੋਂ ਉਲਟ ਇੱਕ ਦੂਜੇ ਦੇ ਬਹੁਤ ਨੇੜੇ ਹੁੰਦੇ ਹਨ। ਅਜਿਹਾ ਵਿਸ਼ਾਣੂਆਂ ਵਿੱਚ ਵੀ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਅਨੇਕ ਜੈਵ ਪ੍ਰਕਿਰਿਆਵਾਂ ਸਾਰੇ ਸਰੀਰ ਵਿੱਚ ਇੱਕ ਸਮਾਨ ਹੁੰਦੀਆਂ ਹਨ, ਪਰ ਵਿਸ਼ਾਣੂ ਵਰਗ ਤੋਂ ਭਿੰਨ ਹੁੰਦੀਆਂ ਹਨ। ਇਸ ਦੇ ਫਲਸਰੂਪ ਇੱਕ ਦਵਾਈ ਜੋ ਇੱਕ ਵਰਗ ਵਿੱਚ ਇੱਕ ਜੈਵ ਪ੍ਰਕਿਰਿਆ ਨੂੰ ਰੋਕਦੀ ਹੈ, ਉਹ ਉਸ ਵਰਗ ਦੇ ਦੂਜੇ ਮੈਂਬਰਾਂ ਉੱਤੇ ਵੀ ਉਸੇ ਤਰ੍ਹਾਂ ਦਾ ਪ੍ਰਭਾਵ ਪਾਏਗੀ, ਪਰ ਇਹ ਦਵਾਈ ਦੂਜੇ ਵਰਗ ਨਾਲ ਸੰਬੰਧਿਤ ਰੋਗਾਣੂਆਂ 'ਤੇ ਕੋਈ ਪ੍ਰਭਾਵ ਨਹੀਂ ਪਾਏਗੀ। ਅਸੀਂ ਪ੍ਰਤੀਜੈਵਿਕ ਦਵਾਈ ਦੀ ਹੀ ਉਦਾਹਰਨ ਲੈਂਦੇ ਹਾਂ। ਇਹ ਆਮ ਤੌਰ 'ਤੇ ਜੀਵਾਣੂਆਂ ਦੇ ਲਈ ਮਹੱਤਵਪੂਰਨ ਜੈਵ ਰਸਾਇਣਿਕ ਮਾਰਗ ਨੂੰ ਬੰਦ ਕਰ ਦਿੰਦੀ ਹੈ। ਉਦਾਹਰਨ ਵਜੋਂ ਬਹੁਤ ਸਾਰੇ ਜੀਵਾਣੂ ਆਪਣੀ ਰੱਖਿਆ ਲਈ ਸੈੱਲ ਭਿੱਤੀ ਜਾਂ ਸੈੱਲ ਕਵਚ ਬਣਾ ਲੈਂਦੇ ਹਨ। ਪੈਨਸਲੀਨ ਦਵਾਈ ਜੋ ਕਿ ਇੱਕ ਪ੍ਰਤੀਜੈਵਿਕ ਦਵਾਈ ਹੈ, ਜੀਵਾਣੂਆਂ ਦੀ ਸੈੱਲ ਭਿੱਤੀ ਬਣਾਉਣ ਦੀ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ। ਸਿੱਟੇ ਵਜੋਂ ਵਧੇ ਹੋਏ ਜੀਵਾਣੂ ਸੈੱਲ ਭਿੱਤੀ ਨਹੀਂ ਬਣਾ ਸਕਦੇ ਅਤੇ ਆਸਾਨੀ ਨਾਲ ਮਰ ਜਾਂਦੇ ਹਨ। ਮਨੁੱਖ ਦੇ ਸੈੱਲ ਭਿੱਤੀ ਨਹੀਂ ਬਣਾ ਸਕਦੇ, ਇਸ ਲਈ ਪੈਨਸਲੀਨ ਦਾ ਸਾਡੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਪੈਨਸਲੀਨ ਦਵਾਈ ਇਹੋ ਜਿਹੇ ਸਾਰੇ ਜੀਵਾਣੂਆਂ ਦੇ ਉੱਪਰ ਪ੍ਰਭਾਵ ਪਾਵੇਗੀ ਜਿਨ੍ਹਾਂ ਵਿੱਚ ਸੈੱਲ ਭਿੱਤੀ ਬਣਾਉਣ ਦੀ ਪ੍ਰਕਿਰਿਆ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਪ੍ਰਤੀਜੈਵਿਕ ਦਵਾਈਆਂ ਜੀਵਾਣੂਆਂ ਦੇ ਕਿਸੇ ਇੱਕ ਪ੍ਰਜਾਤੀ ਨੂੰ ਨਹੀਂ ਸਗੋਂ ਕਈ ਪ੍ਰਜਾਤੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਪਰੰਤੂ ਵਿਸ਼ਾਣੂਆਂ ਵਿੱਚ ਅਜਿਹੀ ਕੋਈ ਪ੍ਰਕਿਰਿਆ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਕੋਈ ਵੀ ਪ੍ਰਤੀਜੈਵਿਕ ਦਵਾਈ ਵਿਸ਼ਾਣੂਆਂ ਦੀ ਲਾਗ ਵੇਲੇ ਅਸਰਦਾਰ ਜਾਂ ਪ੍ਰਭਾਵ ਨਹੀਂ ਪਾਉਂਦੀ। ਜੇਕਰ ਅਸੀਂ ਖਾਂਸੀ ਜ਼ੁਕਾਮ ਤੋਂ ਪੀੜਤ ਹਾਂ ਤਾਂ ਐਂਟੀਬਾਇਓਟਿਕ ਲੈਣ ਨਾਲ ਰੋਗ ਦੀ ਤੀਬਰਤਾ ਜਾਂ ਉਸ ਦਾ ਸਮਾਂ ਘੱਟ ਨਹੀਂ ਹੁੰਦਾ, ਪਰੰਤੂ ਜੇ ਸਾਨੂੰ ਵਿਸ਼ਾਣੂਆਂ ਦੇ ਨਾਲ ਨਾਲ ਜੀਵਾਣੂਆਂ ਦੀ ਲਾਗ ਹੋ ਗਈ ਹੈ ਤਾਂ ਐਂਟੀਬਾਇਓਟਿਕ ਜਾਂ ਪ੍ਰਤੀਜੈਵਿਕ ਦਵਾਈ ਕੰਮ ਕਰੇਗੀ। ਫਿਰ ਵੀ ਇਹ ਦਵਾਈ ਪ੍ਰਤੀਜੈਵਿਕ ਦਵਾਈ ਜੀਵਾਣੂ ਦੀ ਲਾਗ ਨੂੰ ਹੀ ਠੀਕ ਕਰੇਗੀ, ਨਾ ਕਿ ਵਿਸ਼ਾਣੂ ਦੀ ਲਾਗ ਨੂੰ। ਆਓ ਹੁਣ ਦੁਹਰਾਈ ਕਰਦੇ ਹਾਂ ਕਿ ਤੁਸੀਂ ਕੀ ਸਿੱਖਿਆ। ਸਿਹਤ ਵਿਅਕਤੀ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਜੀਵਨ ਦੇ ਚੰਗੀ ਹਾਲਤ ਵਿੱਚ ਹੋਣ ਦੀ ਦਸ਼ਾ ਹੈ। ਕਿਸੇ ਦੀ ਸਿਹਤ ਉਸਦੇ ਭੌਤਿਕ ਵਾਤਾਵਰਣ ਅਤੇ ਆਰਥਿਕ ਹਾਲਾਤਾਂ 'ਤੇ ਨਿਰਭਰ ਕਰਦੀ ਹੈ। ਰੋਗਾਂ ਨੂੰ ਉਹਨਾਂ ਦੇ ਠਹਿਰ ਦੇ ਆਧਾਰ 'ਤੇ ਅਲਪਕਾਲੀਨ ਜਾਂ ਦੀਰਘਕਾਲੀਨ ਰੋਗਾਂ ਵਿੱਚ ਵੰਡਿਆ ਗਿਆ ਹੈ। ਰੋਗ ਛੂਤ ਜਾਂ ਅਛੂਤ ਦੇ ਕਾਰਨਾਂ ਕਰਕੇ ਵੀ ਹੋ ਸਕਦੇ ਹਨ। ਛੂਤ ਦੇ ਕਾਰਕ ਸੰਜੀਵ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧ ਰੱਖਦੇ ਹਨ। ਉਹ ਇੱਕ ਸੈਲੀ ਭਾਵ ਸੂਖਮਦਰਸ਼ੀ ਨਾਲ ਦੇਖੇ ਜਾਣ ਵਾਲੇ ਜਾਂ ਬਹੁਸੈਲੀ ਹੋ ਸਕਦੇ ਹਨ। ਸੋ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਲੈਸਨ ਦੇ ਪਹਿਲੇ ਪਾਰਟ ਵਿੱਚ ਸਿਹਤ ਅਤੇ ਇਸ ਦੇ ਵਿਗਾੜ ਭਾਵ ਸਿਹਤ ਦਾ ਮਹੱਤਵ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ।
ਵਿਅਕਤੀਗਤ ਤੇ ਸਮੁਦਾਇਕ ਸਮੱਸਿਆਵਾਂ ਕਿਵੇਂ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ? ਸਿਹਤਮੰਦ ਰਹਿਣਾ ਤੇ ਰੋਗ ਮੁਕਤ ਹੋਣਾ ਵਿੱਚ ਕੀ ਅੰਤਰ ਹੈ? ਰੋਗ ਅਤੇ ਇਸ ਦੇ ਕਾਰਨਾਂ ਬਾਰੇ, ਰੋਗਾਂ ਦੀਆਂ ਕਿਸਮਾਂ ਬਾਰੇ, ਰੋਗਾਂ ਦੇ ਕਾਰਨਾਂ ਬਾਰੇ, ਇਹਨਾਂ ਨੂੰ ਫੈਲਾਉਣ ਵਾਲੇ ਵਾਹਕਾਂ ਦੇ ਬਾਰੇ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਇਸ ਪਾਠ ਦੇ ਪਾਰਟ 1 ਦੇ ਵਿੱਚ ਤੁਸੀਂ ਇਹਨਾਂ ਸਾਰੇ ਕਨਸੈਪਟਾਂ ਨੂੰ ਚੰਗੀ ਤਰ੍ਹਾਂ ਸਮਝੋਗੇ ਅਤੇ ਆਪਣੇ ਪਾਠ ਨੂੰ ਪੜ੍ਹਦੇ ਹੋਏ ਜੋ ਚੀਜ਼ਾਂ ਤੁਸੀਂ ਹੁਣ ਇਸ ਪਾਠ ਦੇ ਦੌਰਾਨ ਪੜ੍ਹੀਆਂ ਹਨ, ਚੰਗੀ ਤਰ੍ਹਾਂ ਸਮਝ ਲਈਆਂ ਹਨ, ਤਾਂ ਉਹਨਾਂ ਦੀ ਦੁਹਰਾਈ ਕਰਦੇ ਹੋਏ ਇਹਨਾਂ 'ਤੇ ਵਿਚਾਰ ਕਰੋਗੇ। ਸੋ ਮੈਨੂੰ ਹੁਣ ਦਿਓ ਇਜਾਜ਼ਤ। ਮੈਂ ਮੈਡਮ ਰੁਪਿੰਦਰਜੀਤ ਕੌਰ, ਸਾਇੰਸ ਮਿਸਟਰਸ, ਸਰਕਾਰੀ ਹਾਈ ਸਕੂਲ ਸਾਫੂਵਾਲਾ, ਜ਼ਿਲ੍ਹਾ ਮੋਗਾ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਟੇ ਹੋਮ, ਸਟੇ ਸੇਫ ਐਂਡ ਹੈਵ ਅ ਨਾਈਸ ਡੇ। ਥੈਂਕ ਯੂ।